ਕੈਨੇਡਾ ਦੇ ਸੂਬੇ ਅੰਟਾਰੀਓ ਵੱਲੋਂ ਨਵੇਂ ਰੂਲ ਲਾਗੂ ਕੀਤੇ ਗਏ ਹਨ, ਜਿਸ ਨਾਲ ਪ੍ਰਵਾਸੀਆਂ ਨੂੰ ਪਵੇਗਾ ਵੱਡਾ ਘਾਟਾ। ਅੱਗੇ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ ਸਾਰੀ ਜਾਣਕਾਰੀ। ਅੰਟਾਰੀਓ ਇਮੀਗ੍ਰੇਸ਼ਨ ਵੱਲੋਂ ਨਵੀਆਂ ਸੇਫਟੀ ਰਿਕੁਆਇਰਮੈਂਟ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਟਰੱਕਰਸ 'ਤੇ ਪਵੇਗਾ ਪ੍ਰਭਾਵ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਸੀ ਜ਼ਿਆਦਾਤਰ ਕੈਨੇਡਾ ਵਿੱਚ ਆ ਕੇ ਅੰਟਾਰੀਓ ਵਿੱਚ ਟਰੱਕਿੰਗ ਦਾ ਕੰਮ ਕਰਦੇ ਹਨ, ਅਤੇ ਹੁਣ ਇਹ ਹੈ ਕਿ ਪ੍ਰਵਾਸੀ ਕਿਸੇ ਵੀ ਟਰੱਕਿੰਗ ਕੰਪਨੀ ਨਾਲ ਕੰਮ ਕਰ ਸਕਦੇ ਹਨ। ਅਤੇ ਹੁਣ ਅੰਟਾਰੀਓ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਪ੍ਰਵਾਸੀ ਹੁਣ ਉਹਨਾਂ ਇੰਪਲੋਇਰਸ ਨਾਲ ਕੰਮ ਕਰ ਸਕਣਗੇ ਜੋ 2 ਹੋਰ ਨਵੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋਣਗੇ। ਤਾਂ ਹੁਣ ਇਸ ਨਾਲ ਇੰਪਲੋਇਰਸ ਦੀ ਲਿਸਟ ਥੋੜ੍ਹੀ ਛੋਟੀ ਹੋ ਜਾਵੇਗੀ, ਜਿਨ੍ਹਾਂ ਨਾਲ ਕਿ ਪ੍ਰਵਾਸੀ ਕੰਮ ਕਰ ਸਕਦੇ ਹਨ। ਅਤੇ ਇਹਨਾਂ ਬਦਲਾਵਾਂ ਦੇ ਕਾਰਨ ਇੰਪਲੋਇਰ ਜੌਬ ਆਫਰ ਇਨ ਡਿਮਾਂਡ ਸਕਿੱਲ ਸਟਰੀਮ, ਜੋ ਕਿ ਅੰਟਾਰੀਓ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਅਧੀਨ ਆਉਂਦੀ ਹੈ, ਉਸ ਵਿੱਚ ਵੀ ਨਵੀਆਂ ਰਿਕੁਆਇਰਮੈਂਟਸ ਐਡ ਕਰ ਦਿੱਤੀਆਂ ਗਈਆਂ ਹਨ। ਤਾਂ ਹੁਣ ਜੋ ਕੈਂਡੀਡੇਟ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ ਕੋਡ 7511 ਰਾਹੀਂ ਅਪਲਾਈ ਕਰਨਗੇ, ਤਾਂ ਉਹ ਇਹ ਰਿਕੁਆਇਰਮੈਂਟਸ ਚੈੱਕ ਕਰਕੇ ਹੀ ਅਪਲਾਈ ਕਰਨ ਕਿ ਉਹਨਾਂ ਦਾ ਇੰਪਲੋਇਰ ਇਹ ਰਿਕੁਆਇਰਮੈਂਟਸ ਪੂਰੀਆਂ ਕਰਦਾ ਹੈ ਜਾਂ ਨਹੀਂ। ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ ਕਿ ਵੈਲਿਡ ਕਮਰਸ਼ੀਅਲ ਵਾਹੀਕਲ ਓਪਰੇਟਰਸ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਦੂਜੀ ਹੈ ਕਿ ਕੈਰੀਅਰ ਸੇਫਟੀ ਰੇਟਿੰਗ ਐਕਸੀਲੈਂਟ ਸੈਟਿਸਫੈਕਟਰੀ ਜਾਂ ਫਿਰ ਸੈਟਿਸਫੈਕਟਰੀ ਅਨਅਡਿਟਡ ਹੋਵੇ। ਇਸ 'ਤੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਨਵੇਂ ਰੂਲ ਪਬਲਿਕ ਸੇਫਟੀ ਲਈ ਬਣਾਏ ਗਏ ਹਨ, ਅਤੇ ਇਸ ਨਾਲ ਜਿੱਥੇ ਜੌਬ ਵਿੱਚ ਕਮੀ ਆਵੇਗੀ, ਕਿਉਂਕਿ ਜਿਹੜੀ ਟਰੱਕਿੰਗ ਕੰਪਨੀ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਹਨ, ਜੇ ਉਸ ਦੀ ਰੇਟਿੰਗ ਚੰਗੀ ਨਹੀਂ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਵੇਗਾ ਕਿ ਉਸ ਕੰਪਨੀ ਦੇ ਵਿੱਚ ਕੰਮ ਕਰਨ ਦਾ ਕੋਈ ਫਾਇਦਾ ਨਹੀਂ। ਉੱਥੇ ਪ੍ਰਵਾਸੀਆਂ ਨੂੰ ਪਹਿਲਾਂ ਆਹ ਵਾਲੀਆਂ ਪ੍ਰੋਬਲਮ ਆ ਚੁੱਕੀਆਂ ਹਨ। ਜਿਵੇਂ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਪਤਾ ਹੀ ਹੈ ਕਿ ਜਦ ਵੀ ਕੋਈ ਕੰਪਨੀ ਦੇ ਵਿੱਚ ਕੰਮ ਕਰਦਾ, ਜੇ ਉਸਦਾ ਚੰਗਾ ਐਕਸਪੀਰੀਅੰਸ ਨਹੀਂ ਰਹਿੰਦਾ ਤਾਂ ਜ਼ਿਆਦਾਤਰ ਲੋਕ ਗੂਗਲ 'ਤੇ ਕਮੈਂਟ ਕਰ ਦਿੰਦੇ ਹਨ ਉਸ ਕੰਪਨੀ ਬਾਰੇ, ਤਾਂ ਕਿ ਜਿਹੜੇ ਨਵੇਂ ਉੱਥੇ ਇੰਪਲੋਇਰਸ ਹਾਇਰ ਹੁੰਦੇ ਹਨ ਤਾਂ ਉਹਨਾਂ ਨੂੰ ਕੰਪਨੀ ਦਾ ਸਟੇਟਸ ਪਹਿਲਾਂ ਤੋਂ ਪਤਾ ਚੱਲ ਸਕੇ। ਤਾਂ ਹੁਣ ਇਹ ਵਾਲਾ ਟਰੱਕਿੰਗ ਲਾਈਨ ਦੇ ਵਿੱਚ ਵੀ ਇੰਪਲੀਮੈਂਟ ਹੋਵੇਗਾ ਰੂਲ। ਤਾਂ ਦੇਖਦੇ ਹਾਂ ਇਸ ਨਾਲ ਕਿੰਨਾ ਕੁ ਫਾਇਦਾ ਹੁੰਦਾ ਅਤੇ ਕਿੰਨਾ ਕੁ ਨੁਕਸਾਨ। ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਇਹਨਾਂ ਨਵੇਂ ਰੂਲ ਨਾਲ ਕਿੰਨਾ ਫਾਇਦਾ ਹੋਵੇਗਾ ਅਤੇ ਕਿੰਨਾ ਨੁਕਸਾਨ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਬਾਰੇ ਹੋਰ ਜਾਣਨ ਲਈ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ।
ਕੈਨੇਡਾ ਦੇ ਸੂਬੇ ਅੰਟਾਰੀਓ ਵੱਲੋਂ ਨਵੇਂ ਰੂਲ ਲਾਗੂ ਕੀਤੇ ਗਏ ਹਨ, ਜਿਸ ਨਾਲ ਪ੍ਰਵਾਸੀਆਂ ਨੂੰ ਪਵੇਗਾ ਵੱਡਾ ਘਾਟਾ। ਅੱਗੇ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ ਸਾਰੀ ਜਾਣਕਾਰੀ। ਅੰਟਾਰੀਓ ਇਮੀਗ੍ਰੇਸ਼ਨ ਵੱਲੋਂ ਨਵੀਆਂ ਸੇਫਟੀ ਰਿਕੁਆਇਰਮੈਂਟ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਟਰੱਕਰਸ 'ਤੇ ਪਵੇਗਾ ਪ੍ਰਭਾਵ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਸੀ ਜ਼ਿਆਦਾਤਰ ਕੈਨੇਡਾ ਵਿੱਚ ਆ ਕੇ ਅੰਟਾਰੀਓ ਵਿੱਚ ਟਰੱਕਿੰਗ ਦਾ ਕੰਮ ਕਰਦੇ ਹਨ, ਅਤੇ ਹੁਣ ਇਹ ਹੈ ਕਿ ਪ੍ਰਵਾਸੀ ਕਿਸੇ ਵੀ ਟਰੱਕਿੰਗ ਕੰਪਨੀ ਨਾਲ ਕੰਮ ਕਰ ਸਕਦੇ ਹਨ। ਅਤੇ ਹੁਣ ਅੰਟਾਰੀਓ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਪ੍ਰਵਾਸੀ ਹੁਣ ਉਹਨਾਂ ਇੰਪਲੋਇਰਸ ਨਾਲ ਕੰਮ ਕਰ ਸਕਣਗੇ ਜੋ 2 ਹੋਰ ਨਵੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋਣਗੇ। ਤਾਂ ਹੁਣ ਇਸ ਨਾਲ ਇੰਪਲੋਇਰਸ ਦੀ ਲਿਸਟ ਥੋੜ੍ਹੀ ਛੋਟੀ ਹੋ ਜਾਵੇਗੀ, ਜਿਨ੍ਹਾਂ ਨਾਲ ਕਿ ਪ੍ਰਵਾਸੀ ਕੰਮ ਕਰ ਸਕਦੇ ਹਨ, ਜਿਸ ਨਾਲ ਇੰਪਲੋਇਰ ਜੌਬ ਆਫਰ ਇਨ ਡਿਮਾਂਡ ਸਕਿੱਲ ਸਟਰੀਮ, ਜੋ ਕਿ ਅੰਟਾਰੀਓ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਅਧੀਨ ਆਉਂਦੀ ਹੈ, ਉਸ ਵਿੱਚ ਵੀ ਨਵੀਆਂ ਰਿਕੁਆਇਰਮੈਂਟਸ ਐਡ ਕੀਤੀਆਂ। ਅਤੇ ਇਹਨਾਂ ਬਦਲਾਵਾਂ ਦੇ ਕਾਰਨ ਇੰਪਲੋਇਰ ਜੌਬ ਆਫਰ ਇਨ ਡਿਮਾਂਡ ਸਕਿੱਲ ਸਟਰੀਮ, ਜੋ ਕਿ ਅੰਟਾਰੀਓ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਅਧੀਨ ਆਉਂਦੀ ਹੈ, ਉਸ ਵਿੱਚ ਵੀ ਨਵੀਆਂ ਰਿਕੁਆਇਰਮੈਂਟਸ ਐਡ ਕਰ ਦਿੱਤੀਆਂ ਗਈਆਂ ਹਨ। ਤਾਂ ਹੁਣ ਜੋ ਕੈਂਡੀਡੇਟ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ ਕੋਡ 7511 ਰਾਹੀਂ ਅਪਲਾਈ ਕਰਨਗੇ, ਤਾਂ ਉਹ ਇਹ ਰਿਕੁਆਇਰਮੈਂਟਸ ਚੈੱਕ ਕਰਕੇ ਹੀ ਅਪਲਾਈ ਕਰਨ ਕਿ ਉਹਨਾਂ ਦਾ ਇੰਪਲੋਇਰ ਇਹ ਰਿਕੁਆਇਰਮੈਂਟਸ ਪੂਰੀਆਂ ਕਰਦਾ ਹੈ ਜਾਂ ਨਹੀਂ। ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ ਕਿ ਵੈਲਿਡ ਕਮਰਸ਼ੀਅਲ ਵਹੀਕਲ ਓਪਰੇਟਰਸ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਦੂਜੀ ਹੈ ਕਿ ਕੈਰੀਅਰ ਸੇਫਟੀ ਰੇਟਿੰਗ ਐਕਸੀਲੈਂਟ ਸੈਟਿਸਫੈਕਟਰੀ ਜਾਂ ਫਿਰ ਸੈਟਿਸਫੈਕਟਰੀ ਅਨਅਡਿਟਡ ਹੋਵੇ। ਇਹ 2 ਰੂਲ ਹਨ ਜੋ ਨਵੇਂ ਲਾਗੂ ਕੀਤੇ ਗਏ ਹਨ, ਅਤੇ ਇਸ 'ਤੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਬਲਿਕ ਸੇਫਟੀ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਨਵੇਂ ਰੂਲ ਪਬਲਿਕ ਸੇਫਟੀ ਲਈ ਬਣਾਏ ਗਏ ਹਨ। ਅਤੇ ਇਸ ਨਾਲ ਇੱਕ ਪਾਸੇ ਜਿੱਥੇ ਜੌਬ ਥੋੜ੍ਹੀਆਂ ਘਟਣਗੀ, ਇਸ ਨਾਲ ਜਿੱਥੇ ਜੌਬ ਵਿੱਚ ਕਮੀ ਆਵੇਗੀ, ਉੱਥੇ ਹੀ ਪ੍ਰਵਾਸੀਆਂ ਨੂੰ ਫਾਇਦਾ ਵੀ ਹੋਵੇਗਾ, ਕਿਉਂਕਿ ਇਸ ਨਾਲ ਹੁਣ ਇਹ ਹੋਵੇਗਾ ਜਿਹੜੀ ਟਰੱਕਿੰਗ ਕੰਪਨੀ ਹੈ, ਜੇ ਉਸ ਦਾ ਮਤਲਬ ਇਹ ਹੈ ਕਿ ਜਿਹੜੀ ਟਰੱਕਿੰਗ ਕੰਪਨੀ ਹੈ, ਜੇ ਉਸ ਦਾ ਇਸ ਨਾਲ ਪ੍ਰਵਾਸੀਆਂ ਦਾ ਫਾਇਦਾ ਵੀ ਹੋਵੇਗਾ, ਕਿਉਂਕਿ ਜਿਹੜੀ ਟਰੱਕਿੰਗ ਕੰਪਨੀ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਹਨ, ਜੇ ਉਸ ਦੀ ਰੇਟਿੰਗ ਚੰਗੀ ਨਹੀਂ ਹੈ, ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਵੇਗਾ ਕਿ ਉਸ ਕੰਪਨੀ ਦੇ ਵਿੱਚ ਕੰਮ ਕਰਨ ਦਾ ਕੋਈ ਫਾਇਦਾ ਨਹੀਂ। ਉੱਥੇ ਪ੍ਰਵਾਸੀਆਂ ਨੂੰ ਪਹਿਲਾਂ ਆਹ ਵਾਲੀਆਂ ਪ੍ਰੋਬਲਮ ਆ ਚੁੱਕੀਆਂ ਹਨ। ਜਿਵੇਂ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਪਤਾ ਹੀ ਹੈ ਕਿ ਜਦ ਵੀ ਕੋਈ ਕੰਪਨੀ ਦੇ ਵਿੱਚ ਕੰਮ ਕਰਦਾ, ਜੇ ਉਸਦਾ ਚੰਗਾ ਐਕਸਪੀਰੀਅੰਸ ਨਹੀਂ ਰਹਿੰਦਾ, ਤਾਂ ਜ਼ਿਆਦਾਤਰ ਲੋਕ ਗੂਗਲ 'ਤੇ ਕਮੈਂਟ ਕਰ ਦਿੰਦੇ ਹਨ ਉਸ ਕੰਪਨੀ ਬਾਰੇ, ਤਾਂ ਕਿ ਜਿਹੜੇ ਨਵੇਂ ਉੱਥੇ ਇੰਪਲੋਇਰਸ ਹਾਇਰ ਹੁੰਦੇ ਹਨ, ਤਾਂ ਉਹਨਾਂ ਨੂੰ ਕੰਪਨੀ ਦਾ ਸਟੇਟਸ ਪਹਿਲਾਂ ਤੋਂ ਪਤਾ ਚੱਲ ਸਕੇ। ਤਾਂ ਹੁਣ ਇਹ ਵਾਲਾ ਟਰੱਕਿੰਗ ਲਾਈਨ ਦੇ ਵਿੱਚ ਵੀ ਇੰਪਲੀਮੈਂਟ ਹੋਵੇਗਾ ਰੂਲ। ਤਾਂ ਦੇਖਦੇ ਹਾਂ ਇਸ ਨਾਲ ਕਿੰਨਾ ਕੁ ਫਾਇਦਾ ਹੁੰਦਾ ਅਤੇ ਕਿੰਨਾ ਕੁ ਨੁਕਸਾਨ। ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਇਹਨਾਂ ਨਵੇਂ ਰੂਲ ਨਾਲ ਕਿੰਨਾ ਫਾਇਦਾ ਹੋਵੇਗਾ ਅਤੇ ਕਿੰਨਾ ਨੁਕਸਾਨ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਬਾਰੇ ਹੋਰ ਜਾਣਨ ਲਈ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ।